ਦਾ ਸਵਾਗਤ ਹੈ। ਮੈਂ ਮਨਦੀਪ ਜੋਤ ਸਿੰਘ। ਵਿਦੇਸ਼ ਜਾਣ ਵਾਲੇ ਟੀਚਰਾਂ ਨੂੰ ਲੈ ਕੇ ਮਾਨ ਸਰਕਾਰ ਸਖਤ ਹੋ ਗਈ ਹੈ। ਦੱਸ ਦਈਏ ਕਿ ਛੁੱਟੀ ਲੈ ਕੇ ਵਿਦੇਸ਼ ਚਲੇ ਜਾਣ ਵਾਲੇ ਟੀਚਰਾਂ ਨੂੰ ਲੈ ਕੇ ਸੀਐਮ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ। ਪਿਛਲੇ 6 ਸਾਲਾਂ ਤੋਂ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ 304 ਟੀਚਰ ਜਿਹੜੇ ਨੇ ਟਰਮੀਨੇਟ ਕੀਤੇ ਨੇ, ਕਿਉਂਕਿ ਇਹ ਲੰਮੀ ਛੁੱਟੀ ਲੈ ਕੇ ਜਿਹੜੇ ਹੈ ਬਾਹਰ ਗਏ ਸੀ ਤੇ ਪਰ ਵਾਪਸ ਸਕੂਲਾਂ ਦੇ ਵਿੱਚ ਨਹੀਂ ਪਰਤੇ ਤੇ ਵਾਪਸ ਜਿਹੜੀ ਹੈ ਜੌਬ ਇਹਨਾਂ ਨੇ ਆਪਣੀ ਕੰਟੀਨਿਊ ਨਹੀਂ ਕੀਤੀ। ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਟੀਚਰਾਂ ਨੂੰ ਕਿ ਜਿਹੜੀ ਛੁੱਟੀ ਵੀ ਲੈਣੀ ਆ ਉਹ ਪਹਿਲਾਂ ਅਪਰੂਵ ਕਰਾਉਣੀ ਪਏਗੀ। ਹੁਣ ਹਰਜੋਤ ਬੈਂਸ ਉਹਨਾਂ ਦੇ ਕੋਲੋਂ ਇੱਕ ਵੈਬ ਈ ਪੋਰਟਲ ਜਿਹੜਾ ਜਾਰੀ ਕੀਤਾ ਗਿਆ, ਜਿੱਥੇ ਕਿ ਹੁਣ ਜਿਹੜੇ ਵੀ ਸਰਕਾਰੀ ਟੀਚਰ ਨੇ ਉਹ ਆਪਣੀ ਛੁੱਟੀ ਲੈਣ ਦੇ ਲਈ ਜਿਹੜੀ ਕਿਰਿਆ ਉਹਨੂੰ ਅਪਲਾਈ ਕਰ ਸਕਦੇ ਨੇ। ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹੀ ਜਿਹੜਾ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਛੁੱਟੀ ਅਪਰੂਵ ਹੋ ਜਾਣ ਤੋਂ ਬਾਅਦ ਹੀ ਟਿਕਟਾਂ ਦੀ ਜਿਹੜੀ ਹੈ ਬੁਕਿੰਗ ਕਰਵਾਈ ਜਾਵੇ, ਕਿਉਂਕਿ ਪਿਛਲੇ 6 ਸਾਲਾਂ ਤੋਂ ਕਰੀਬ ਜਿਹੜੇ ਹੈ 304 ਟੀਚਰ ਤਾਂ ਟਰਮੀਨੇਟ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ, ਕਿਉਂਕਿ ਇਹ ਟੀਚਰ ਲੰਮੀ ਛੁੱਟੀ ਲੈ ਕੇ ਜਿਹੜੇ ਹੈ ਸਕੂਲਾਂ ਦੇ ਵਿੱਚੋਂ ਗਏ ਸੀ ਪਰ ਵਾਪਸ ਜਿਹੜੇ ਹੈ ਨਹੀਂ ਪਰਤੇ, ਵਿਦੇਸ਼ ਚਲੇ ਜਾਂਦੇ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਵਾਪਸ ਨਹੀਂ ਆਉਂਦੇ ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਹੁਣ ਮਾਨ ਸਰਕਾਰ ਸਖਤ ਜਿਹੜੀ ਹੈ ਸਖਤ ਰਵੱਈਆ ਆਪਣਾ ਜਿਹੜਾ ਦਿਖਾ ਰਹੀ ਹੈ, ਕਿਉਂਕਿ ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਆਪਣੀਆਂ ਡਿਊਟੀਆਂ ਨੂੰ ਜਿਹੜਾ ਤੁਸੀਂ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਪਹਿਚਾਣੋ ਤੇ ਉਹਨਾਂ ਨੂੰ ਸਮਝੋ, ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਸਕੂਲਾਂ ਦਾ ਜਿਹੜਾ ਹੈ ਇੱਕ ਬੁਰਾ ਹਾਲ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਪ੍ਰਭਾਵਿਤ ਹੁੰਦੀ ਹੈ ਸਕੂਲਾਂ ਦੀ ਪੜ੍ਹਾਈ, ਬੱਚਿਆਂ ਦੀ ਪੜ੍ਹਾਈ ਵੀ ਜਿਹੜੀ ਹੈ ਲਗਾਤਾਰ ਪ੍ਰਭਾਵਿਤ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਸਰਕਾਰੀ ਛੁੱਟੀਆਂ ਹੁੰਦੀਆਂ, ਚਾਹੇ ਉਹ ਜੂਨ ਦੀਆਂ ਹੋਣ, ਗਰਮੀ ਦੀਆਂ ਛੁੱਟੀਆਂ ਹੁੰਦੀਆਂ ਜਦੋਂ, ਜਾਂ ਫਿਰ ਸਰਦੀ ਦੀਆਂ ਛੁੱਟੀਆਂ ਜੋ ਦਸੰਬਰ ਦੇ ਵਿੱਚ ਹੁੰਦੀਆਂ, ਉਦੋਂ ਹੀ ਆਪਣਾ ਪਲਾਨ ਬਣਾਇਆ ਜਾਵੇ। ਜੇ ਕੋਈ ਬਹੁਤਾ ਲੋੜੀਦਾ ਨਹੀਂ ਹੈ, ਜੇ ਕੋਈ ਬਹੁਤਾ ਲੋੜੀਦਾ ਤਾਂ ਪਹਿਲਾਂ ਵੈਬ ਈ ਪੋਰਟਲ ਇੱਕ ਜਾਰੀ ਕੀਤਾ ਗਿਆ ਹੈ, ਉਹਨਾਂ ਤੇ ਜਿਹੜੀ ਹੈ ਉਹਨਾਂ ਨੇ ਆਪਣੀ ਪੂਰੀ ਹਰੇਕ ਅਧਿਆਪਕ ਨੇ ਆਪਣੀ ਛੁੱਟੀ ਨੂੰ ਜਿਹੜਾ ਫਾਰਮ ਭਰਨਾ ਹੈਗਾ ਤੇ ਫਾਰਮ ਭਰਨ ਤੋਂ ਬਾਅਦ ਜੇ ਛੁੱਟੀ ਅਪਰੂਵਲ ਮਿਲਦੀ ਹੈ, ਛੁੱਟੀ ਅਪਰੂਵ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਹੀ ਉਹ ਆਪਣੀ ਟਿਕਟਾਂ ਨੂੰ ਜਿਹੜਾ ਹੈ ਟਿਕਟਾਂ ਨੂੰ ਬੁੱਕ ਕਰਾਉਣ, ਕਿਉਂਕਿ ਪਿਛਲੇ ਸਮਿਆਂ ਦੌਰਾਨ ਅਜਿਹਾ ਹੁੰਦਾ ਗਿਆ ਕਿ ਸਕੂਲਾਂ ਦੇ ਵਿੱਚੋਂ ਟੀਚਰ ਮੈਡੀਕਲ ਲੀਵ ਲੈ ਕੇ ਬਾਹਰ ਚਲੇ ਜਾਂਦੇ ਸੀ ਪਰ ਸਾਲ 2 ਸਾਲ ਜਿਹੜਾ ਉਹ ਵਾਪਸ ਨਹੀਂ ਆਉਂਦੇ ਸੀ ਤੇ ਉਸ ਤੋਂ ਬਾਅਦ ਸਕੂਲੀ ਕਿਰਿਆ ਵੀ ਜਿਹੜੀ ਹੈ, ਸਕੂਲੀ ਪੜ੍ਹਾਈ ਵੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਸੀ ਤੇ ਲਗਾਤਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ ਰੁਖ ਅਪਣਾ ਰਹੀ ਹੈ। ਕਿਉਂਕਿ ਜੇ ਗੱਲ ਕਰੀਏ ਸੀਐਮ ਮਾਨ ਸਰਕਾਰ ਜਦੋਂ ਆਪ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਦਿੱਲੀ ਮਾਡਲ ਨੂੰ ਲੈ ਕੇ ਗੱਲ ਚੱਲਦੀ ਹੈ ਤੇ ਸਕੂਲਾਂ ਦੀ ਵਿਉਂਤਬੰਦੀ ਵੀ ਜਿਹੜੀ ਹੈ ਦਿੱਲੀ ਬੇਸਡ ਜਿਹੜੇ ਆ ਸਕੂਲ ਬਣਾਏ ਜਾਂਦੇ ਆ ਤੇ ਉਹ ਕਹਿੰਦੇ ਨੇ ਕਿ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਸਕੂਲਾਂ ਦੀ ਦਸ਼ਾ ਸੁਧਾਰੀ ਆ, ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਅਜਿਹੀ ਡਿਵੈਲਪਮੈਂਟ ਚਾਹੀਦੀ ਹੈ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਹੋਈ, ਕਿਉਂਕਿ ਲਗਾਤਾਰ ਹਵਾਲਾ ਦਿੰਦੇ ਨੇ ਦਿੱਲੀ ਮਾਡਲ ਦਾ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਮਾਨ ਸਰਕਾਰ ਨੂੰ ਲਗਾਤਾਰ ਸਖਤ ਦਿਖਾਈ ਦੇ ਰਹੀ ਹੈ। ਹਰਜੋਤ ਬੈਂਸ ਜੋ ਕਿ ਜਿਨ੍ਹਾਂ ਨੂੰ ਹੁਣੇ ਜਿਹੜਾ ਹੈ ਸਿੱਖਿਆ ਵਿਭਾਗ ਮਿਲਿਆ ਤੇ ਸਿੱਖਿਆ ਵਿਭਾਗ ਮਿਲਣ ਤੋਂ ਬਾਅਦ ਉਹਨਾਂ ਨੇ ਜਿਹੜਾ ਪਹਿਲਾ ਆਪਣਾ ਬਿਆਨ ਜਾਰੀ ਕੀਤਾ ਕਿ ਵੈਬ ਈ ਪੋਰਟਲ ਇੱਕ ਜਾਰੀ ਕੀਤਾ ਜਾਵੇਗਾ। ਹਰੇਕ ਅਧਿਆਪਕ ਨੂੰ ਜਦੋਂ ਵੀ ਵਿਦੇਸ਼ ਜਾਣਾ ਪਹਿਲਾਂ ਜਾਣਕਾਰੀ ਦੇਣੀ ਪਵੇਗੀ, ਇੱਕ ਫਾਰਮ ਭਰਨਾ ਪਵੇਗਾ ਵੈਬ ਈ ਪੋਰਟਲ ਤੋਂ ਡਾਊਨਲੋਡ ਕਰਕੇ। ਉਸ ਤੋਂ ਬਾਅਦ ਜਿਹੜਾ ਸਿੱਖਿਆ ਡਿਪਾਰਟਮੈਂਟ ਹੈ, ਜੇ ਗੱਲ ਕਰੀਏ ਸਕੂਲ ਐਜੂਕੇਸ਼ਨ ਦਾ ਡਿਪਾਰਟਮੈਂਟ ਉਹ ਅਪਰੂਵਲ ਦੇਗਾ। ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਉਹ ਅਪਰੂਵਲ ਦੇਣਗੇ। ਉਸ ਤੋਂ ਬਾਅਦ ਹੀ ਵਿਦੇਸ਼ ਜਾਣ ਦੀ ਟਿਕਟਾਂ ਦੀ ਜਿਹੜੀ ਬੁਕਿੰਗ ਹੈ ਕਰਵਾਈ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਪ੍ਰਭਾਵਿਤ ਨਾ ਹੋਵੇ ਤੇ ਨਾ ਹੀ ਡਿਪਾਰਟਮੈਂਟ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਹੈ ਘਾਟਾ ਨਾ ਪਵੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਫੀ ਸਾਲਾਂ ਦੌਰਾਨ ਲਗਾਤਾਰ ਟੀਚਰ ਬਾਹਰ ਜਾਂਦੇ ਰਹੇ ਪਰ ਵਾਪਸ ਨਹੀਂ ਪਰਤੇ, ਕਿਉਂਕਿ ਹਰੇਕ ਦਾ ਅੱਜ ਕੱਲ੍ਹ ਜੇ ਗੱਲ ਕਰੀਏ ਤਾਂ ਹਰੇਕ ਦੀ ਕੋਈ ਨਾ ਕੋਈ ਬੱਚਾ ਜਿਹੜਾ ਬਾਹਰਲੇ ਦੇਸ਼ ਵਿੱਚ ਸੈਟਲਡ ਆ ਤਾਂ ਉਹ ਆਪਣੇ ਬੱਚਿਆਂ ਕੋਲ ਜਾਂਦੇ ਨੇ, ਮੈਡੀਕਲ ਲੀਵ ਲੈਂਦੇ ਨੇ ਪੰਜਾਬ ਦੇ ਵਿੱਚੋਂ ਤੇ ਬਾਅਦ ਚੋਂ ਵਾਪਸ ਉਹ ਨਹੀਂ ਆਉਂਦੇ। ਅਜਿਹਾ ਇੱਕ ਮਾਮਲਾ ਵੀ ਜਿਹੜਾ ਸਾਹਮਣੇ ਆਇਆ ਸੀ ਜਦੋਂ ਟੀਚਰ ਬਾਹਰ ਗਏ ਪਰ ਵਾਪਸ ਜਿਹੜਾ ਨਹੀਂ ਪਰਤੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਡਾਇਰੈਕਟਰ ਨੇ ਇੱਕ ਪੱਤਰ ਲਿਖਿਆ ਹੈਗਾ ਕਿ ਛੁੱਟੀਆਂ ਜਦੋਂ ਪ੍ਰਵਾਨ ਹੋ ਜਾਣ ਉਸ ਤੋਂ ਬਾਅਦ ਹੀ, ਛੁੱਟੀਆਂ ਜਦੋਂ ਅਪਰੂਵ ਹੋ ਜਾਣ ਉਸ ਤੋਂ ਬਾਅਦ ਹੀ ਟਿਕਟਾਂ ਦੀ ਬੁਕਿੰਗ ਕਰਵਾਈ ਜਾਵੇ, ਕਿਉਂਕਿ ਇਹ 11 ਜੁਲਾਈ ਨੂੰ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ 11 ਜੁਲਾਈ ਨੂੰ ਇੱਕ ਪੱਤਰ ਜਾਰੀ ਹੁੰਦਾ, ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ, ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਛੁੱਟੀਆਂ ਉਦੋਂ ਹੀ ਲੈਣ ਜਦੋਂ ਵਿਦੇਸ਼ ਜਾਣ ਦੀ ਆਗਿਆ ਮਿਲ ਸਕੇ, ਉਸ ਤੋਂ ਬਾਅਦ ਹੀ ਜਿਹੜੀਆਂ ਟਿਕਟਾਂ ਦੀ ਬੁਕਿੰਗ ਕਰਵਾਈ ਜਾਵੇ। ਕਿਉਂਕਿ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਦੇ, ਇੱਕ ਮਾਮਲਾ ਜਿਹੜਾ ਸਰਕਾਰੀ ਸਕੂਲ ਦਾ ਸਾਹਮਣੇ ਆਇਆ ਸੀ ਜਿੱਥੇ ਕਿ ਦੋ ਹਸਬੈਂਡ ਵਾਈਫ ਜਿਹੜੇ ਨੇ ਆਪਣਾ ਜਿਹੜੀਆਂ 2 ਮਈ 2016 ਨੂੰ
ਉਹ ਛੁੱਟੀਆਂ ਕੱਟਣ ਗਏ ਸੀ। 13 ਮਈ 2016 ਤੱਕ ਮੈਡੀਕਲ ਲੀਵ ਲਈ ਸੀ ਉਹਨਾਂ ਨੇ, 11 ਦਿਨ ਦੀ ਮੈਡੀਕਲ ਲੀਵ ਸੀ, ਪਰ 14 ਮਈ 2016 ਤੋਂ ਬਿਨਾਂ ਕਿਸੇ ਸੂਚਨਾ ਦਿੱਤੇ ਹਜੇ ਤੱਕ ਜਿਹੜਾ ਉਹ ਸਕੂਲਾਂ ਦੇ ਵਿੱਚ ਨਹੀਂ ਪਰਤੇ, ਉਹ ਆਪਣੀ ਸਕੂਲਾਂ ਦੇ ਵਿੱਚ ਨਹੀਂ ਪਰਤੇ। ਤੇ ਉਸ ਤੋਂ ਬਾਅਦ ਲੰਮੀ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਿਆ ਸੀ ਕਿ 2 ਸਾਲਾਂ ਬਾਅਦ 9 ਜਨਵਰੀ 2018 ਨੂੰ ਉਹਨਾਂ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ, ਕਿਉਂਕਿ 2 ਸਾਲ ਹੋ ਗਏ ਸੀ ਵਿਦੇਸ਼ ਗਿਆ ਨੂੰ, ਪਰ ਛੁੱਟੀ ਸੀ 11 ਦਿਨ ਦੀ ਛੁੱਟੀ ਲੈ ਕੇ 2 ਸਾਲ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਤੇ ਕੋਈ ਵੀ ਅਤਾ ਪਤਾ ਜਿਹੜਾ ਜਾਂ ਕੋਈ ਵੀ ਇਨਫੋਰਮੇਸ਼ਨ ਇਸ ਦੇ ਰਿਗਾਰਡਿੰਗ ਜਿਹੜੀ ਹੈ ਐਜੂਕੇਸ਼ਨ ਡਿਪਾਰਟਮੈਂਟ ਨੂੰ ਨਹੀਂ ਦਿੱਤੀ ਗਈ। ਫਿਰ ਵੀ ਜਿਹੜਾ ਵਿਦੇਸ਼ ਦੇ ਵਿੱਚ ਲਗਾਤਾਰ 2 ਸਾਲ ਉਹ ਆਪਣੇ ਉੱਥੇ ਰਹੇ, ਕਿਉਂਕਿ ਇੱਥੋਂ ਤਾਂ ਮੈਡੀਕਲ ਲੀਵ ਲਈ ਸੀ 11 ਦਿਨਾਂ ਦੀ ਮੈਡੀਕਲ ਲੀਵ ਲੈ ਕੇ ਵਿਦੇਸ਼ ਜਾਂਦੇ ਨੇ ਤੇ 2 ਸਾਲ ਵਾਪਸ ਨਹੀਂ ਪਰਤਦੇ। ਤਾਂ ਅਜਿਹੇ ਮਾਮਲੇ ਵਿੱਚ ਉਹਨਾਂ ਨੂੰ ਬਾਅਦ ਦੇ ਵਿੱਚ ਮਈ 2018 ਦੇ ਵਿੱਚ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ। ਨੇ ਆਪਣੀ ਕੰਟੀਨਿਊ ਨਹੀਂ ਕੀਤੀ। ਤਾਂ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਟੀਚਰਾਂ ਨੂੰ ਕਿ ਜਿਹੜੀ ਛੁੱਟੀ ਵੀ ਲੈਣੀ ਆ ਉਹ ਪਹਿਲਾਂ ਅਪਰੂਵ ਕਰਾਉਣੀ ਪਏਗੀ। ਹੁਣ ਹਰਜੋਤ ਬੈਂਸ ਉਹਨਾਂ ਦੇ ਕੋਲੋਂ ਇੱਕ ਵੈਬ ਈ ਪੋਰਟਲ ਜਿਹੜਾ ਜਾਰੀ ਕੀਤਾ ਗਿਆ, ਜਿੱਥੇ ਕਿ ਹੁਣ ਜਿਹੜੇ ਵੀ ਸਰਕਾਰੀ ਟੀਚਰ ਨੇ ਉਹ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਟੀਚਰਾਂ ਨੂੰ ਕਿ ਜਿਹੜੀ ਛੁੱਟੀ ਵੀ ਲੈਣੀ ਆ ਉਹ ਪਹਿਲਾਂ ਅਪਰੂਵ ਕਰਾਉਣੀ ਪਏਗੀ। ਹੁਣ ਹਰਜੋਤ ਬੈਂਸ ਉਹਨਾਂ ਦੇ ਕੋਲੋਂ ਇੱਕ ਵੈਬ ਈ ਪੋਰਟਲ ਜਿਹੜਾ ਜਾਰੀ ਕੀਤਾ ਗਿਆ, ਜਿੱਥੇ ਕਿ ਹੁਣ ਜਿਹੜੇ ਵੀ ਸਰਕਾਰੀ ਟੀਚਰ ਨੇ ਉਹ ਆਪਣੀ ਛੁੱਟੀ ਲੈਣ ਦੇ ਲਈ ਜਿਹੜੀ ਕਿਰਿਆ ਉਹਨੂੰ ਅਪਲਾਈ ਕਰ ਸਕਦੇ ਨੇ। ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਹੀ ਜਿਹੜਾ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਛੁੱਟੀ ਅਪਰੂਵ ਹੋ ਜਾਣ ਤੋਂ ਬਾਅਦ ਹੀ ਟਿਕਟਾਂ ਦੀ ਜਿਹੜੀ ਹੈ ਬੁਕਿੰਗ ਕਰਵਾਈ ਜਾਵੇ, ਕਿਉਂਕਿ ਪਿਛਲੇ 6 ਸਾਲਾਂ ਤੋਂ ਕਰੀਬ ਜਿਹੜੇ ਹੈ 304 ਟੀਚਰ ਤਾਂ ਟਰਮੀਨੇਟ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ, ਕਿਉਂਕਿ ਇਹ ਟੀਚਰ ਲੰਮੀ ਛੁੱਟੀ ਲੈ ਕੇ ਜਿਹੜੇ ਹੈ ਸਕੂਲਾਂ ਦੇ ਵਿੱਚੋਂ ਗਏ ਸੀ ਪਰ ਵਾਪਸ ਜਿਹੜੇ ਹੈ ਨਹੀਂ ਪਰਤੇ, ਵਿਦੇਸ਼ ਚਲੇ ਜਾਂਦੇ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਵਾਪਸ ਨਹੀਂ ਆਉਂਦੇ। ਤਾਂ ਅਜਿਹੇ ਮਾਮਲਿਆਂ ਨੂੰ ਲੈ ਕੇ ਹੁਣ ਮਾਨ ਸਰਕਾਰ ਸਖਤ ਰਵੱਈਆ ਆਪਣਾ ਜਿਹੜਾ ਦਿਖਾ ਰਹੀ ਹੈ, ਕਿਉਂਕਿ ਉਹਨਾਂ ਦਾ ਸਿੱਧਾ ਕਹਿਣਾ ਹੈ ਕਿ ਆਪਣੀਆਂ ਡਿਊਟੀਆਂ ਨੂੰ ਜਿਹੜਾ ਤੁਸੀਂ ਆਪਣੇ ਫਰਜ਼ ਨੂੰ ਚੰਗੀ ਤਰ੍ਹਾਂ ਪਹਿਚਾਣੋ ਤੇ ਉਹਨਾਂ ਨੂੰ ਸਮਝੋ, ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਸਕੂਲਾਂ ਦਾ ਜਿਹੜਾ ਹੈ ਇੱਕ ਬੁਰਾ ਹਾਲ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਪ੍ਰਭਾਵਿਤ ਹੁੰਦੀ ਹੈ ਸਕੂਲਾਂ ਦੀ ਪੜ੍ਹਾਈ, ਬੱਚਿਆਂ ਦੀ ਪੜ੍ਹਾਈ ਵੀ ਜਿਹੜੀ ਹੈ ਲਗਾਤਾਰ ਪ੍ਰਭਾਵਿਤ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਹਰਜੋਤ ਬੈਂਸ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਸਰਕਾਰੀ ਛੁੱਟੀਆਂ ਹੁੰਦੀਆਂ, ਚਾਹੇ ਉਹ ਜੂਨ ਦੀਆਂ ਹੋਣ, ਗਰਮੀ ਦੀਆਂ ਛੁੱਟੀਆਂ ਹੁੰਦੀਆਂ ਜਦੋਂ, ਜਾਂ ਫਿਰ ਸਰਦੀ ਦੀਆਂ ਛੁੱਟੀਆਂ ਜੋ ਦਸੰਬਰ ਦੇ ਵਿੱਚ ਹੁੰਦੀਆਂ, ਉਦੋਂ ਹੀ ਆਪਣਾ ਪਲਾਨ ਬਣਾਇਆ ਜਾਵੇ। ਜੇ ਕੋਈ ਬਹੁਤਾ ਲੋੜੀਦਾ ਨਹੀਂ ਹੈ, ਜੇ ਕੋਈ ਬਹੁਤਾ ਲੋੜੀਦਾ ਤਾਂ ਪਹਿਲਾਂ ਵੈਬ ਈ ਪੋਰਟਲ ਇੱਕ ਜਾਰੀ ਕੀਤਾ ਗਿਆ ਹੈ, ਉਹਨਾਂ ਤੇ ਜਿਹੜੀ ਹੈ ਉਹਨਾਂ ਨੇ ਆਪਣੀ ਪੂਰੀ ਹਰੇਕ ਅਧਿਆਪਕ ਨੇ ਆਪਣੀ ਛੁੱਟੀ ਨੂੰ ਜਿਹੜਾ ਫਾਰਮ ਭਰਨਾ ਹੈਗਾ ਤੇ ਫਾਰਮ ਭਰਨ ਤੋਂ ਬਾਅਦ ਜੇ ਛੁੱਟੀ ਅਪਰੂਵਲ ਮਿਲਦੀ ਹੈ, ਛੁੱਟੀ ਅਪਰੂਵ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਹੀ ਉਹ ਆਪਣੀ ਟਿਕਟਾਂ ਨੂੰ ਬੁੱਕ ਕਰਾਉਣ, ਕਿਉਂਕਿ ਪਿਛਲੇ ਸਮਿਆਂ ਦੌਰਾਨ ਅਜਿਹਾ ਹੁੰਦਾ ਗਿਆ ਕਿ ਸਕੂਲਾਂ ਦੇ ਵਿੱਚੋਂ ਟੀਚਰ ਮੈਡੀਕਲ ਲੀਵ ਲੈ ਕੇ ਬਾਹਰ ਚਲੇ ਜਾਂਦੇ ਸੀ ਪਰ ਸਾਲ 2 ਸਾਲ ਜਿਹੜਾ ਉਹ ਵਾਪਸ ਨਹੀਂ ਆਉਂਦੇ ਸੀ ਤੇ ਉਸ ਤੋਂ ਬਾਅਦ ਸਕੂਲੀ ਕਿਰਿਆ ਵੀ ਜਿਹੜੀ ਹੈ, ਸਕੂਲੀ ਪੜ੍ਹਾਈ ਵੀ ਜਿਹੜੀ ਹੈ ਪ੍ਰਭਾਵਿਤ ਹੁੰਦੀ ਸੀ ਤੇ ਲਗਾਤਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਮਾਨ ਸਰਕਾਰ ਸਖਤ ਰੁਖ ਅਪਣਾ ਰਹੀ ਹੈ। ਕਿਉਂਕਿ ਜੇ ਗੱਲ ਕਰੀਏ ਸੀਐਮ ਮਾਨ ਸਰਕਾਰ ਜਦੋਂ ਆਪ ਸਰਕਾਰ ਆਉਂਦੀ ਹੈ ਤਾਂ ਲਗਾਤਾਰ ਦਿੱਲੀ ਮਾਡਲ ਨੂੰ ਲੈ ਕੇ ਗੱਲ ਚੱਲਦੀ ਹੈ ਤੇ ਸਕੂਲਾਂ ਦੀ ਵਿਉਂਤਬੰਦੀ ਵੀ ਜਿਹੜੀ ਹੈ ਦਿੱਲੀ ਬੇਸਡ ਜਿਹੜੇ ਆ ਸਕੂਲ ਬਣਾਏ ਜਾਂਦੇ ਆ। ਤਾਂ ਉਹ ਕਹਿੰਦੇ ਨੇ ਕਿ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਸਕੂਲਾਂ ਦੀ ਦਸ਼ਾ ਸੁਧਾਰੀ ਆ, ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਅਜਿਹੀ ਡਿਵੈਲਪਮੈਂਟ ਚਾਹੀਦੀ ਹੈ ਜਿਸ ਹਿਸਾਬ ਨਾਲ ਦਿੱਲੀ ਦੇ ਵਿੱਚ ਹੋਈ, ਕਿਉਂਕਿ ਲਗਾਤਾਰ ਹਵਾਲਾ ਦਿੰਦੇ ਨੇ ਦਿੱਲੀ ਮਾਡਲ ਦਾ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਮਾਨ ਸਰਕਾਰ ਨੂੰ ਲਗਾਤਾਰ ਸਖਤ ਦਿਖਾਈ ਦੇ ਰਹੀ ਹੈ। ਹਰਜੋਤ ਬੈਂਸ ਜੋ ਕਿ ਜਿਨ੍ਹਾਂ ਨੂੰ ਹੁਣੇ ਜਿਹੜਾ ਸਿੱਖਿਆ ਵਿਭਾਗ ਮਿਲਿਆ ਤੇ ਸਿੱਖਿਆ ਵਿਭਾਗ ਮਿਲਣ ਤੋਂ ਬਾਅਦ ਉਹਨਾਂ ਨੇ ਜਿਹੜਾ ਪਹਿਲਾ ਆਪਣਾ ਬਿਆਨ ਜਾਰੀ ਕੀਤਾ ਕਿ ਵੈਬ ਈ ਪੋਰਟਲ ਇੱਕ ਜਾਰੀ ਕੀਤਾ ਜਾਵੇਗਾ। ਹਰੇਕ ਅਧਿਆਪਕ ਨੂੰ ਜਦੋਂ ਵੀ ਵਿਦੇਸ਼ ਜਾਣਾ ਪਹਿਲਾਂ ਜਾਣਕਾਰੀ ਦੇਣੀ ਪਵੇਗੀ, ਇੱਕ ਫਾਰਮ ਭਰਨਾ ਪਵੇਗਾ ਵੈਬ ਈ ਪੋਰਟਲ ਤੋਂ ਡਾਊਨਲੋਡ ਕਰਕੇ। ਉਸ ਤੋਂ ਬਾਅਦ ਜਿਹੜਾ ਸਿੱਖਿਆ ਡਿਪਾਰਟਮੈਂਟ ਹੈ, ਜੇ ਗੱਲ ਕਰੀਏ ਸਕੂਲ ਐਜੂਕੇਸ਼ਨ ਦਾ ਡਿਪਾਰਟਮੈਂਟ ਉਹ ਅਪਰੂਵਲ ਦੇਗਾ। ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਉਹ ਅਪਰੂਵਲ ਦੇਣਗੇ। ਉਸ ਤੋਂ ਬਾਅਦ ਹੀ ਵਿਦੇਸ਼ ਜਾਣ ਦੀ ਟਿਕਟਾਂ ਦੀ ਜਿਹੜੀ ਬੁਕਿੰਗ ਹੈ ਕਰਵਾਈ ਜਾਵੇ, ਤਾਂ ਕਿ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਪ੍ਰਭਾਵਿਤ ਨਾ ਹੋਵੇ ਤੇ ਨਾ ਹੀ ਡਿਪਾਰਟਮੈਂਟ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਹੈ ਘਾਟਾ ਨਾ ਪਵੇ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕਾਫੀ ਸਾਲਾਂ ਦੌਰਾਨ ਲਗਾਤਾਰ ਟੀਚਰ ਬਾਹਰ ਜਾਂਦੇ ਰਹੇ ਪਰ ਵਾਪਸ ਨਹੀਂ ਪਰਤੇ, ਕਿਉਂਕਿ ਹਰੇਕ ਦਾ ਅੱਜ ਕੱਲ੍ਹ ਜੇ ਗੱਲ ਕਰੀਏ ਤਾਂ ਹਰੇਕ ਦੀ ਕੋਈ ਨਾ ਕੋਈ ਬੱਚਾ ਜਿਹੜਾ ਬਾਹਰਲੇ ਦੇਸ਼ ਵਿੱਚ ਸੈਟਲਡ ਆ ਤਾਂ ਉਹ ਆਪਣੇ ਬੱਚਿਆਂ ਕੋਲ ਜਾਂਦੇ ਨੇ, ਮੈਡੀਕਲ ਲੀਵ ਲੈਂਦੇ ਨੇ ਪੰਜਾਬ ਦੇ ਵਿੱਚੋਂ ਤੇ ਬਾਅਦ ਚੋਂ ਵਾਪਸ ਉਹ ਨਹੀਂ ਆਉਂਦੇ। ਅਜਿਹਾ ਇੱਕ ਮਾਮਲਾ ਵੀ ਜਿਹੜਾ ਸਾਹਮਣੇ ਆਇਆ ਸੀ ਜਦੋਂ ਟੀਚਰ ਬਾਹਰ ਗਏ ਪਰ ਵਾਪਸ ਜਿਹੜਾ ਨਹੀਂ ਪਰਤੇ। ਤਾਂ ਤੁਹਾਨੂੰ ਦੱਸ ਦਿੰਦੇ ਆ ਕਿ
ਡਾਇਰੈਕਟਰ ਨੇ ਇੱਕ ਪੱਤਰ ਲਿਖਿਆ ਹੈਗਾ ਕਿ ਛੁੱਟੀਆਂ ਜਦੋਂ ਪ੍ਰਵਾਨ ਹੋ ਜਾਣ ਉਸ ਤੋਂ ਬਾਅਦ ਹੀ, ਛੁੱਟੀਆਂ ਜਦੋਂ ਅਪਰੂਵ ਹੋ ਜਾਣ ਉਸ ਤੋਂ ਬਾਅਦ ਹੀ ਟਿਕਟਾਂ ਦੀ ਬੁਕਿੰਗ ਕਰਵਾਈ ਜਾਵੇ, ਕਿਉਂਕਿ ਇਹ 11 ਜੁਲਾਈ ਨੂੰ ਜਿਹੜਾ ਹੈ ਇੱਕ ਪੱਤਰ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ 11 ਜੁਲਾਈ ਨੂੰ ਇੱਕ ਪੱਤਰ ਜਾਰੀ ਹੁੰਦਾ, ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ, ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਛੁੱਟੀਆਂ ਉਦੋਂ ਹੀ ਲੈਣ ਜਦੋਂ ਵਿਦੇਸ਼ ਜਾਣ ਦੀ ਆਗਿਆ ਮਿਲ ਸਕੇ, ਉਸ ਤੋਂ ਬਾਅਦ ਹੀ ਜਿਹੜੀਆਂ ਟਿਕਟਾਂ ਦੀ ਬੁਕਿੰਗ ਕਰਵਾਈ ਜਾਵੇ। ਕਿਉਂਕਿ ਇੱਕ ਮਾਮਲਾ ਸਾਹਮਣੇ ਆਇਆ ਸੀ, ਜਲੰਧਰ ਦੇ ਇੱਕ ਮਾਮਲਾ ਜਿਹੜਾ ਸਰਕਾਰੀ ਸਕੂਲ ਦਾ ਸਾਹਮਣੇ ਆਇਆ ਸੀ, ਜਿੱਥੇ ਕਿ ਦੋ ਹਸਬੈਂਡ ਵਾਈਫ ਜਿਹੜੇ ਨੇ ਆਪਣਾ ਜਿਹੜੀਆਂ 2 ਮਈ 2016 ਨੂੰ ਉਹ ਛੁੱਟੀਆਂ ਕੱਟਣ ਗਏ ਸੀ। 13 ਮਈ 2016 ਤੱਕ ਮੈਡੀਕਲ ਲੀਵ ਲਈ ਸੀ ਉਹਨਾਂ ਨੇ, 11 ਦਿਨ ਦੀ ਮੈਡੀਕਲ ਲੀਵ ਸੀ, ਪਰ 14 ਮਈ 2016 ਤੋਂ ਬਿਨਾਂ ਕਿਸੇ ਸੂਚਨਾ ਦਿੱਤੇ ਹਜੇ ਤੱਕ ਜਿਹੜਾ ਉਹ ਸਕੂਲਾਂ ਦੇ ਵਿੱਚ ਨਹੀਂ ਪਰਤੇ, ਉਹ ਆਪਣੀ ਸਕੂਲਾਂ ਦੇ ਵਿੱਚ ਨਹੀਂ ਪਰਤੇ। ਤੇ ਉਸ ਤੋਂ ਬਾਅਦ ਲੰਮੀ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਿਆ ਸੀ ਕਿ 2 ਸਾਲਾਂ ਬਾਅਦ 9 ਜਨਵਰੀ 2018 ਨੂੰ ਉਹਨਾਂ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ, ਕਿਉਂਕਿ 2 ਸਾਲ ਹੋ ਗਏ ਸੀ ਵਿਦੇਸ਼ ਗਿਆ ਨੂੰ, ਪਰ ਛੁੱਟੀ ਸੀ 11 ਦਿਨ ਦੀ। 11 ਦਿਨ ਦੀ ਛੁੱਟੀ ਲੈ ਕੇ 2 ਸਾਲ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਤੇ ਕੋਈ ਵੀ ਅਤਾ ਪਤਾ ਜਿਹੜਾ ਜਾਂ ਕੋਈ ਵੀ ਇਨਫੋਰਮੇਸ਼ਨ ਇਸ ਦੇ ਰਿਗਾਰਡਿੰਗ ਜਿਹੜੀ ਹੈ ਐਜੂਕੇਸ਼ਨ ਡਿਪਾਰਟਮੈਂਟ ਨੂੰ ਨਹੀਂ ਦਿੱਤੀ ਗਈ। ਫਿਰ ਵੀ ਜਿਹੜਾ ਵਿਦੇਸ਼ ਦੇ ਵਿੱਚ ਲਗਾਤਾਰ 2 ਸਾਲ ਉਹ ਆਪਣੇ ਉੱਥੇ ਰਹੇ, ਕਿਉਂਕਿ ਇੱਥੋਂ ਤਾਂ ਮੈਡੀਕਲ ਲੀਵ ਲਈ ਸੀ 11 ਦਿਨਾਂ ਦੀ ਮੈਡੀਕਲ ਲੀਵ ਲੈ ਕੇ ਵਿਦੇਸ਼ ਜਾਂਦੇ ਨੇ ਤੇ 2 ਸਾਲ ਵਾਪਸ ਨਹੀਂ ਪਰਤਦੇ। ਤਾਂ ਅਜਿਹੇ ਮਾਮਲੇ ਵਿੱਚ ਉਹਨਾਂ ਨੂੰ ਬਾਅਦ ਦੇ ਵਿੱਚ ਮਈ 2018 ਦੇ ਵਿੱਚ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ।